ਸਤਿ ਸ਼੍ਰੀ ਅਕਾਲ ਪੀਐਨਸੀਐਨ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਵਿਨੀਪੈਗ ਸਮੇਤ ਹੋਰ ਸ਼ਹਿਰਾਂ ਵਿੱਚ ਤੂਫਾਨ ਤੋਂ ਪਹਿਲਾਂ ਕਈ ਸਰਵਿਸਿਜ਼ ਰੱਦ। ਕਈ ਦਹਾਕੇ ਬਾਅਦ ਆ ਰਹੇ ਅਜਿਹੇ ਤੂਫਾਨ ਦੇ ਲਈ ਮੈਨੀਟੋਬਾ ਵਸਨੀਕਾਂ ਨੂੰ ਚੇਤਾਵਨੀ ਤੇ ਦੱਸਾਂਗੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੇ ਲਈ ਕਿਹਾ ਜਾ ਰਿਹਾ ਹੈ। ਇਮੀਗ੍ਰੇਸ਼ਨ ਸੰਬੰਧੀ ਫਾਈਲਾਂ ਦੇ ਸਮੇਂ ਸਿਰ ਜਵਾਬ ਨਾ ਆਉਣ ਤੇ ਯੂਕਰੇਨੀਅਨਸ ਨੂੰ ਵੀ ਜਵਾਬ ਨਾ ਮਿਲਣ ਸੰਬੰਧੀ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੁੱਛੇ ਗਏ ਸਵਾਲ, ਦੱਸਾਂਗੇ ਕੀ ਜਵਾਬ ਦਿੱਤਾ। ਕੈਨੇਡਾ ਦੇ ਕਈ ਸੂਬਿਆਂ ਵਿੱਚ ਬੇਸ਼ੱਕ ਸਖਤ ਹਦਾਇਤਾਂ ਖਤਮ ਨੇ, ਪਰ ਇੰਟਰਨੈਸ਼ਨਲ 에ਅਰਪੋਰਟਸ ਦੇ ਉੱਤੇ ਯਾਤਰੀਆਂ ਦੇ ਲਈ ਹਦਾਇਤਾਂ ਉਸੇ ਤਰ੍ਹਾਂ। ਭਾਰਤੀ ਇੰਟਰਨੈਸ਼ਨਲ ਵਿਦਿਆਰਥੀ ਕਾਰਤਿਕ ਵਾਸੂਦੇਵ ਕਤਲ ਮਾਮਲੇ ਵਿੱਚ ਇੱਕ ਵਿਅਕਤੀ ਗ੍ਰਿਫਤਾਰ। ਓਨਟਾਰੀਓ ਵਿੱਚ ਦੱਸਾਂਗੇ ਕਿੱਥੇ ਵੱਡੇ ਨਿਵੇਸ਼ ਦਾ ਐਲਾਨ ਤੇ ਨਵੀਆਂ ਨੌਕਰੀਆਂ ਦੇ ਬਾਰੇ ਜਾਣਕਾਰੀ। ਸਰੀ ਵਿੱਚ ਇੱਕ ਬਜ਼ੁਰਗ ਨੂੰ ਗੱਡੀ ਨਾਲ ਟੱਕਰ ਮਾਰ ਕੇ ਵਿਅਕਤੀ ਫਰਾਰ, ਪੁਲਿਸ ਨੇ ਲੱਭਣ ਦੇ ਲਈ ਸਹਿਯੋਗ ਮੰਗਿਆ। ਇਸ ਦੇ ਨਾਲ ਹੀ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਮੈਨੀਟੋਬਾ ਦੇ ਦੱਖਣੀ ਹਿੱਸੇ ਦੇ ਵਿੱਚ ਤੇਜ਼ ਤੂਫਾਨ ਦੀ ਚੇਤਾਵਨੀ ਲਗਾਤਾਰ ਜਾਰੀ ਹੈ, ਜੋ ਕਿ ਮੰਗਲਵਾਰ ਦੀ ਰਾਤ, ਬੁੱਧਵਾਰ ਦੀ ਸਵੇਰ ਤੋਂ ਲੈ ਕੇ ਸ਼ੁੱਕਰਵਾਰ ਦੀ ਸਵੇਰ ਤੱਕ ਲਾਗੂ ਰਹੇਗੀ। ਜਿਵੇਂ ਕਿ ਪਹਿਲਾਂ ਤੋਂ ਜਾਣਕਾਰੀ ਦਿੱਤੀ ਜਾ ਰਹੀ ਹੈ, ਕੈਨੇਡਾ ਦੇ ਵਾਤਾਵਰਣ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਕਈ ਦਹਾਕੇ ਤੋਂ ਅਜਿਹਾ ਤੂਫਾਨ ਨਹੀਂ ਆਇਆ ਜੋ ਕਿ ਇਸ ਸਮੇਂ ਆ ਸਕਦਾ ਹੈ, ਜਿਸ ਦੇ ਵਿੱਚ ਜਿਵੇਂ ਵਿਨੀਪੈਗ ਸ਼ਹਿਰ ਦੇ ਅੰਦਰ ਤਾਂ ਮੇਅਰ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਤੇ ਹੋਰ ਥਾਵਾਂ ਦੇ ਉੱਤੇ ਵੀ ਐਲਾਨ ਕੀਤੇ ਗਏ ਨੇ ਕਿ ਬੁੱਧਵਾਰ ਨੂੰ ਕਈ ਸਰਵਿਸਿਜ਼ ਵੀ ਪਹਿਲਾਂ ਹੀ ਰੱਦ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਕਾਮਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਦਮ ਚੁੱਕੇ ਜਾ ਸਕਣ। ਇਸ ਮੌਕੇ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ, ਸਿਰਫ ਇੰਨਾ ਹੈ ਕਿ ਆਪਣਾ ਧਿਆਨ ਰੱਖਣ ਦੇ ਵਾਸਤੇ ਪਹਿਲਾਂ ਤੋਂ ਘਰਾਂ ਦੇ ਵਿੱਚ ਰਿਹਾ ਜਾਵੇ, ਘਰ ਤੋਂ ਬਾਹਰ ਨਾ ਹੀ ਨਿਕਲਿਆ ਜਾਵੇ ਤੇ ਜੇਕਰ ਜ਼ਰੂਰੀ ਨਹੀਂ ਹੈ ਤਾਂ ਕੰਮ ਦੇ ਉੱਤੇ ਵੀ ਨਾ ਜਾਇਆ ਜਾਵੇ। ਇਸ ਦੇ ਬਾਰੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ, ਜੋ ਕਿ ਵਾਤਾਵਰਣ ਵਿਭਾਗ ਨੇ ਪੂਰੀ ਰਿਪੋਰਟ ਜਾਰੀ ਕੀਤੀ ਹੈ। ਚੇਤਾਵਨੀ ਜਿਹੜੀ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੁੱਧਵਾਰ ਨੂੰ ਦੱਸਿਆ ਗਿਆ 10 ਤੋਂ 20 ਸੈਂਟੀਮੀਟਰ ਤੱਕ ਬਰਫ਼ਬਾਰੀ ਹੋ ਸਕਦੀ ਹੈ ਤੇ 50 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ ਤੇ ਬੁੱਧਵਾਰ ਦੀ ਰਾਤ ਨੂੰ 5 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ ਤੇ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ ਤੇ ਉਸ ਤੋਂ ਬਾਅਦ ਕੁਝ ਘੱਟ ਹੀ ਹੁੰਦੀ ਜਾਵੇਗੀ। ਜਿਸ ਦੇ ਬਾਰੇ ਇਹ ਜਾਣਕਾਰੀ ਜੋ ਦਿੱਤੀ ਗਈ ਹੈ ਉਸ ਵਿੱਚ ਖਾਸ ਤੌਰ ਦੇ ਉੱਤੇ ਬੁੱਧਵਾਰ ਦਾ ਦਿਨ ਅਜਿਹਾ ਹੋਵੇਗਾ ਜਦੋਂ ਤੇਜ਼ ਤੂਫਾਨ ਇੱਥੇ ਆ ਸਕਦਾ ਇਹਨਾਂ ਖੇਤਰਾਂ ਦੇ ਵਿੱਚ, ਜਿਸ ਦੇ ਲਈ ਵਸਨੀਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਸ ਮੌਕੇ ਬਿਜਲੀ ਵੀ ਪ੍ਰਭਾਵਿਤ ਹੋ ਸਕਦੀ ਹੈ। ਐਮਰਜੈਂਸੀ ਕਿੱਟ ਤਿਆਰ ਰੱਖੀ ਜਾਵੇ ਕਿ ਹੋ ਸਕਦਾ ਹੈ ਕਿ ਇੰਨੀ ਠੰਡ ਹੈ ਤਾਂ ਦੂਜੇ ਪਾਸੇ ਲੰਮੇ ਸਮੇਂ ਤੱਕ ਬਿਜਲੀ ਨਾ ਆਵੇ, ਜਿਸ ਕਰਕੇ ਕਈ ਚੁਣੌਤੀਆਂ ਆ ਸਕਦੀਆਂ ਨੇ, ਜਿਸ ਵਾਸਤੇ ਜ਼ਰੂਰੀ ਹੈ ਕਿ ਪਹਿਲਾਂ ਤੋਂ ਕੁਝ ਇੰਤਜ਼ਾਮ ਕਰ ਲਏ ਜਾਣ ਤੇ ਖਾਣ ਪੀਣ ਦਾ ਸਮਾਨ ਵੀ ਘਰਾਂ ਦੇ ਵਿੱਚ ਪਹਿਲਾਂ ਤੋਂ ਰੱਖ ਲਿਆ ਜਾਵੇ। ਇਸ ਮੌਕੇ ਬੱਚਿਆਂ ਦਾ ਧਿਆਨ ਵੀ ਖਾਸ ਰੱਖਿਆ ਜਾਵੇ ਤੇ ਘਰ ਤੋਂ ਬਾਹਰ ਨਾ ਹੀ ਨਿਕਲਿਆ ਜਾਵੇ, ਜੋ ਚੇਤਾਵਨੀ ਜਾਰੀ ਕੀਤੀ ਗਈ ਹੈ। ਜਿਸ ਦੇ ਵਿੱਚ ਮੁੱਖ ਜੋ ਗੱਲਾਂ ਨੇ ਉਹ ਹੈ ਕਿ ਭਾਰੀ ਬਰਫ਼ਬਾਰੀ ਹੋਵੇਗੀ, ਤੇਜ਼ ਹਵਾਵਾਂ ਚੱਲਣਗੀਆਂ ਤੇ ਪੂਅਰ ਵਿਜ਼ਿਬਿਲਿਟੀ ਯਾਨੀ ਕਿ ਦਿਖਾਈ ਦੇਣ ਵਿੱਚ ਅੱਗੇ ਕਾਫੀ ਮੁਸ਼ਕਲ ਹੋਵੇਗੀ, ਜਿਸ ਕਰਕੇ ਸੜਕਾਂ ਦੇ ਉੱਤੇ ਟਰੈਵਲ ਨਾ ਕੀਤਾ ਜਾਵੇ। ਇਸ ਦੇ ਬਾਰੇ ਖਾਸ ਕਿਹਾ ਗਿਆ। ਇਸ ਦੇ ਨਾਲ ਹੀ ਹੁਣ ਰੁਕ ਅਗਲੀ ਖਬਰ ਦੇ ਵੱਲ ਕਰਾਂਗੇ। ਜਿਵੇਂ ਕਿ ਇਸ ਸਮੇਂ ਯੂਕਰੇਨੀਅਨਸ ਵਾਸਤੇ ਵੀ ਪ੍ਰੋਗਰਾਮ ਖੋਲ੍ਹੇ ਗਏ ਕਿ ਆਪਣੇ ਕੈਨੇਡਾ ਵਿੱਚ ਆਉਣ ਦੇ ਵਾਸਤੇ ਉਹ ਅਪਲਾਈ ਕਰ ਸਕਦੇ ਨੇ, ਜਿਸ ਦੇ ਵਿੱਚ ਕਾਫੀ ਘੱਟ ਨੇ ਜਿਨ੍ਹਾਂ ਨੂੰ ਜਵਾਬ ਆ ਰਹੇ ਨੇ। ਇਸ ਦੇ ਲਈ ਵੀ ਦੇਰੀ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਇਮੀਗ੍ਰੇਸ਼ਨ ਨਾਲ ਸੰਬੰਧਿਤ ਕੰਮਾਂ ਦੇ ਵਿੱਚ ਅਰਜ਼ੀ ਧਾਰਕਾਂ ਨੂੰ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਤੇ ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਜ਼ਰੂਰੀ ਨੇ, ਖਾਸ ਤੌਰ ਤੇ ਜੋ ਅਫਗਾਨਿਸਤਾਨ ਤੋਂ ਰਿਫਿਊਜੀਆਂ ਨੂੰ ਪਨਾਹ ਦੇਣ ਦੇ ਬਾਰੇ ਤੇ ਇਸ ਸਮੇਂ ਜੋ ਜੰਗ ਛਿੜੀ ਹੋਈ ਹੈ ਯੂਕਰੇਨੀਅਨਸ ਨੂੰ ਪਨਾਹ ਦੇਣ ਦੇ ਲਈ ਮੁੱਖ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ। ਉਸ ਮੁਤਾਬਕ ਵੀ ਕੰਮ ਹੌਲੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ ਐਲਬਰਟਾ ਦੇ ਵਿੱਚ ਅੱਜ ਪਹੁੰਚੇ ਸੀ ਤਾਂ ਉੱਥੇ ਉਹਨਾਂ ਨੂੰ ਸਵਾਲ ਕੀਤਾ ਗਿਆ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਪਿੱਛੇ ਜਿਵੇਂ ਕਿ ਕੋਵਿਡ-19 ਦੀ ਮਹਾਮਾਰੀ ਦੇ ਕਰਕੇ ਕੰਮ ਕਾਫੀ ਪ੍ਰਭਾਵਿਤ ਹੋਇਆ, ਉਸ ਦਾ ਅਸਰ ਵੀ ਦਿਖਾਈ ਦੇ ਰਿਹਾ ਹੈ ਕਿ ਸਾਰਾ ਕੰਮ ਪ੍ਰਭਾਵਿਤ ਹੋਇਆ, ਪਰ ਇਸ ਨੂੰ ਲੈ ਕੇ ਪ੍ਰਕਿਰਿਆ ਚਲਾਈ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਕੰਮ ਕੀਤਾ ਜਾ ਰਿਹਾ ਹੈ ਤੇ ਜੋ ਇਸ ਸਮੇਂ ਪ੍ਰਵਾਸੀਆਂ ਦਾ ਸਵਾਗਤ ਕੀਤਾ ਵੀ ਜਾ ਰਿਹਾ ਹੈ, ਜੋ ਯੂਕਰੇਨੀਅਨਸ ਨੂੰ ਪਨਾਹ ਕੈਨੇਡਾ ਦੇ ਵਿੱਚ ਦਿੱਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਯੂਕਰੇਨ ਦੀ ਮਦਦ ਕਰਨ ਦੇ ਵਾਸਤੇ ਜਿੰਨਾ ਹੋ ਸਕਦਾ ਕੈਨੇਡਾ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਦੇ ਬਾਰੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਿਆਨ ਦਿੱਤਾ। Canada continues to be one of the few countries in the world that is not only open to receiving people in a significant way, either fleeing conflict or war or just coming to better their economic situation, but the pressures we have are constant to do more and more, and that is a very good problem to have, but we're asking an awful lot of our systems in general because there's a lot of things that Canadians are expecting. We need to do more and faster on just bringing in Canadians. We have targets of over new Canadians. We have targets of over 400,000 for this year, and with the
challenge of the pandemic that had our borders closed for a while. We need to make up for lost time in welcoming in new Canadians to grow our economy and create ways to address the labour shortages. At the same time, we've committed to welcoming in Afghan refugees by the tens of thousands. We've already welcomed many, but there's much more to do, and the situation over there is challenging in terms of just getting people out of Afghanistan, given the way the Taliban is preventing and obstructing people fleeing to safety. At the same time, the situation in Ukraine is heartbreaking and is extremely close to home for many people across the country who have family members and friends in Ukraine, and that's why we're also stepping up with them. We've launched rapid processes, and every immigration or refugee situation is different, but we've launched processes adapted to the reality of people seeking to come here from Ukraine so that we can bring in as many people as possible, as quickly as possible, whether they just stay for a few years with their families until they can return to rebuild Ukraine after Putin loses this war, or whether they choose to live here permanently. We are going to be there to respond to them. Yes, it's a very difficult situation that has unfolded extremely quickly, but I can assure you that the Immigration Department and indeed the entire government is doing everything we can to welcome as many people as we can from as many places as we can as quickly as possible, which is what Canadians expect of us. ਤਾਂ ਉਧਰ ਜਿਵੇਂ ਕਿ ਇਸ ਸਮੇਂ ਯਾਤਰੀ ਕੈਨੇਡਾ ਵਿੱਚ ਪਹੁੰਚ ਰਹੇ ਨੇ ਤਾਂ ਤੁਹਾਨੂੰ ਦੱਸੀਏ ਕਿ ਕੈਨੇਡਾ ਦੇ ਵੱਖੋ ਵੱਖਰੇ ਸੂਬਿਆਂ ਵਿੱਚ ਜਿਵੇਂ ਇਸ ਸਮੇਂ ਕੋਵਿਡ-19 ਦੇ ਟੀਕੇ ਲੱਗੇ ਹੋਣ ਦੇ ਸਬੂਤ ਦੇਖਣੇ ਬੰਦ ਕਰ ਦਿੱਤੇ ਗਏ ਨੇ, ਮਾਸਕ ਪਾਉਣ ਦੀ ਹਦਾਇਤ ਨੂੰ ਕਈ ਥਾਵਾਂ ਦੇ ਉੱਤੇ ਹਟਾ ਦਿੱਤਾ ਗਿਆ ਹੈ, ਤਾਂ ਨਾਲ ਹੀ ਜਿਹੜੇ ਸੂਬੇ ਵਿੱਚ ਵੀ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਜਦੋਂ ਕੋਈ ਪਹੁੰਚਦਾ ਹੈ, ਬੇਸ਼ੱਕ ਉਸ ਸੂਬੇ ਦੇ ਵਿੱਚ ਹਦਾਇਤਾਂ ਕੁਝ ਹੋਰ ਹੋਣ, ਪਰ 에ਅਰਪੋਰਟਸ ਦੇ ਉੱਤੇ ਯਾਤਰੀਆਂ ਦੇ ਲਈ ਹਜੇ ਵੀ ਮਾਸਕ ਪਾਉਣੇ ਲਾਜ਼ਮੀ ਨੇ, ਕਿਉਂਕਿ ਫੈਡਰਲ ਸਰਕਾਰ ਦੇ ਅਧੀਨ ਆਉਂਦੇ ਨੇ 에ਅਰਪੋਰਟ, ਤੇ ਉੱਥੇ ਹਦਾਇਤਾਂ ਹਜੇ ਵੀ ਉਸੇ ਤਰ੍ਹਾਂ ਲਾਗੂ ਨੇ ਜੋ ਕਿ ਫੈਡਰਲ ਸਰਕਾਰ ਨੇ ਇਸ ਸਮੇਂ ਐਲਾਨ ਕੀਤਾ ਹੋਇਆ ਤੇ ਹਦਾਇਤਾਂ ਲਾਗੂ ਕੀਤੀਆਂ ਹੋਈਆਂ ਨੇ, ਜਿਸ ਦੇ ਵਿੱਚ ਯਾਤਰੀਆਂ ਦੇ ਲਈ ਮਾਸਕ ਪਾਉਣਾ ਲਾਜ਼ਮੀ ਹੈ ਤੇ ਟਰੈਵਲ ਦੇ ਵਾਸਤੇ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਦਿਖਾਉਣਾ ਵੀ। ਤੇ ਇਸ ਦੇ ਨਾਲ ਹੀ PR ਤੇ ਸਿਟੀਜ਼ਨ ਜੋ ਕੈਨੇਡਾ ਵਿੱਚ ਆ ਰਹੇ ਨੇ ਤੇ ਉਹਨਾਂ ਨੇ ਟੀਕੇ ਨਹੀਂ ਲਗਵਾਏ ਹੋਏ, ਉਹਨਾਂ ਦੇ ਲਈ ਕੋਵਿਡ-19 ਦਾ PCR ਟੈਸਟ, ਉਸਦੀ ਰਿਪੋਰਟ ਤੇ ਨਾਲ ਹੀ ਕੁਆਰੰਟੀਨ ਵੀ ਲਾਜ਼ਮੀ ਹੈ। ਤੇ ਜੇਕਰ ਟੀਕੇ ਲਗਵਾਏ ਹੋਏ ਨੇ ਤਾਂ ਉਹਨਾਂ ਨੂੰ ਛੋਟ ਹੈ। ਤੇ ਇਸ ਦੇ ਨਾਲ ਹੀ ਸਮੇਂ ਦੇ ਉੱਤੇ ਜਿਹੜੀ ਤਬਦੀਲੀ ਵੀ ਆਉਂਦੀ ਹੈ, ਇਸ ਸੰਬੰਧੀ ਜਦੋਂ ਵੀ ਟਰੈਵਲ ਦੇ ਵਾਸਤੇ ਪਲਾਨ ਬਣਾ ਰਹੇ ਹੋ ਤਾਂ ਪਹਿਲਾਂ ਤੋਂ ਹਦਾਇਤਾਂ ਜ਼ਰੂਰ ਦੇਖ ਲਈਆਂ ਜਾਣ। ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਤੇ ਬਾਰ-ਬਾਰ ਇਸ ਨੂੰ ਲੈ ਕੇ ਅਪਡੇਟ ਜਾਰੀ ਕੀਤੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਜਦੋਂ ਅਰਾਈਵ ਕੈਨ ਐਪਲੀਕੇਸ਼ਨ ਦੇ ਵਿੱਚ ਜਾਣਕਾਰੀ ਭਰੀ ਜਾਂਦੀ ਹੈ ਤਾਂ ਉੱਥੇ ਤੋਂ ਹੀ ਜ਼ਿਆਦਾਤਰ ਅਪਡੇਟ ਮਿਲ ਜਾਂਦੀ ਹੈ ਕਿ ਇਸ ਸਮੇਂ ਕਿਹੋ ਜਿਹੀਆਂ ਹਦਾਇਤਾਂ ਚੱਲ ਰਹੀਆਂ ਨੇ ਤੇ ਕੀ ਲਾਜ਼ਮੀ ਹੈ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਦੇਖੀਆਂ ਜਾਣਗੀਆਂ, ਜਿਸ ਸੰਬੰਧੀ ਜੋ ਸਬੂਤ ਹੈ ਜਿਵੇਂ ਕਿ ਟੀਕੇ ਲੱਗੇ ਹੋਣ ਦਾ ਤੇ ਹੋਰ ਉਹ ਪਹਿਲਾਂ ਤੋਂ ਅਰਾਈਵ ਕੈਨ ਐਪਲੀਕੇਸ਼ਨ ਦੇ ਵਿੱਚ ਹੀ ਭਰਵਾ ਲਿਆ ਜਾਂਦਾ ਹੈ। ਤੇ ਹੋਰ ਜਾਣਕਾਰੀ ਹੈ ਜੋ ਉਸ ਸੰਬੰਧੀ ਵੀ ਤੁਸੀਂ ਅਰਾਈਵ ਕੈਨ ਐਪਲੀਕੇਸ਼ਨ ਤੇ ਨਾਲ ਹੀ ਕੈਨੇਡਾ ਸਰਕਾਰ ਦੀ ਵੈਬਸਾਈਟ ਤੋਂ ਲੈ ਸਕਦੇ ਹੋ। ਯਾਤਰੀਆਂ ਦੇ ਵਾਸਤੇ ਜਿਹੜੀਆਂ ਵੀ ਤਬਦੀਲੀਆਂ ਸਮੇਂ ਦੇ ਉੱਤੇ ਹੁੰਦੀਆਂ ਨੇ ਤੇ ਇਸ ਨਾਲ ਹੀ ਜੇਕਰ ਕੋਈ ਹੋਰ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਅਸੀਂ ਵੀ ਤੁਹਾਨੂੰ ਦੱਸਾਂਗੇ। ਤਾਂ ਉਧਰ ਵੈਨਕੂਵਰ ਵਿੱਚ ਜਿਵੇਂ ਕਿ ਡਾਊਨਟਾਊਨ ਦੇ ਅੰਦਰ ਇੱਕ ਇਮਾਰਤ ਨੂੰ ਕੱਲ੍ਹ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਅੱਗ ਕਾਫੀ ਭਿਆਨਕ ਸੀ, ਜਿਸ ਤੋਂ ਬਾਅਦ ਇਮਾਰਤ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ। ਕਈ ਜ਼ਖਮੀ ਵੀ ਹੋਏ, 5 ਜਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ, ਪਰ 2 ਜਣਿਆਂ ਦੀ ਹਾਲਤ ਗੰਭੀਰ ਵੀ ਬਣੀ ਹੋਈ ਸੀ, ਜਿਸ ਦੇ ਬਾਰੇ ਅਧਿਕਾਰੀਆਂ ਨੇ ਦੱਸਿਆ ਸੀ। ਤੇ ਸਮਾਂ ਰਹਿੰਦਿਆਂ ਇਮਾਰਤ ਦੇ ਉੱਤੇ ਜੋ ਕਾਬੂ ਪਾ ਲਿਆ ਗਿਆ ਅੱਗ ਜੋ ਲੱਗੀ ਸੀ ਉਸ ਦੇ ਉੱਤੇ, ਤੇ ਰਿਹਾਇਸ਼ੀ ਉੱਪਰ ਜੋ ਖੇਤਰ ਸੀ ਇਮਾਰਤ ਦੇ ਉੱਥੇ ਤੋਂ ਅੱਗ ਸ਼ੁਰੂ ਹੋਈ ਦੱਸੀ ਗਈ। ਪਰ ਇਸ ਤਰ੍ਹਾਂ ਨੇ ਕਿਹਾ ਜਾ ਰਿਹਾ ਹੈ ਕਿ ਉੱਥੇ ਮੁਰੰਮਤ ਸ਼ਾਇਦ ਨਹੀਂ ਹੋ ਸਕਦੀ, ਕਿ ਉਸ ਇਮਾਰਤ ਨੂੰ ਹੁਣ ਢਾਉਣਾ ਹੀ ਪਵੇਗਾ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਹੈ, ਜੋ ਕਿ ਸ਼ੁਰੂ ਤੋਂ ਉਸ ਇਮਾਰਤ ਨੂੰ ਦੁਬਾਰਾ ਬਣਾਇਆ ਜਾ ਸਕਦਾ ਹੈ। ਇਸ ਦੌਰਾਨ ਜਿਵੇਂ ਕਿ ਐਲਬਰਟਾ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹੁੰਚੇ। ਸਾਲ 2022 ਦੇ ਵਾਸਤੇ ਜੋ ਬਜਟ ਦਾ ਕੈਨੇਡਾ ਸਰਕਾਰ ਨੇ ਐਲਾਨ ਕੀਤਾ, ਉਸ ਸੰਬੰਧੀ ਮੁੱਖ ਗੱਲਾਂ ਜੋ ਦੱਸੀਆਂ ਗਈਆਂ ਤੇ ਐਡਮਿੰਟਨ ਦੇ ਵਿੱਚ ਪਹੁੰਚ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਖਾਸ ਤੌਰ ਦੇ ਉੱਤੇ ਕਿਸ ਤਰ੍ਹਾਂ ਛੋਟੇ ਵਪਾਰਾਂ ਦੀ ਮਦਦ ਕੀਤੀ ਜਾਵੇਗੀ ਤੇ ਇਸ ਸੰਬੰਧੀ ਜੋ ਪ੍ਰੋਗਰਾਮ ਵੀ ਲਿਆਂਦੇ ਗਏ ਨੇ ਕਿ ਇਸ ਦੇ ਨਾਲ ਹੀ ਆਨਲਾਈਨ ਛੋਟੇ ਵਪਾਰ ਆ ਸਕਣ, ਉਸ ਦੇ ਵਾਸਤੇ ਵਿੱਤੀ ਮਦਦ ਵੀ ਜੋ ਦਿੱਤੀ ਜਾ ਰਹੀ ਹੈ, ਇਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਜਾਣਕਾਰੀ ਦਿੱਤੀ ਗਈ। ਅੱਗੇ ਤੁਹਾਨੂੰ ਦੱਸਾਂਗੇ ਜੋ ਕਾਰਤਿਕ ਵਾਸੂਦੇਵ ਕਤਲ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੇ ਕਿ ਕਾਰਤਿਕ ਵਾਸੂਦੇਵ ਦਾ ਜੋ ਕਿ ਭਾਰਤੀ ਇੰਟਰਨੈਸ਼ਨਲ ਸਟੂਡੈਂਟ ਸੀ, ਕਤਲ ਕਰਨ ਤੋਂ ਬਾਅਦ 48 ਘੰਟੇ ਦੇ ਸਮੇਂ ਦੇ ਵਿੱਚ ਹੀ ਇੱਕ ਹੋਰ ਮਾਸੂਮ ਦਾ ਕਤਲ ਕੀਤਾ। ਕਾਰਤਿਕ ਵਾਸੂਦੇਵ ਕਤਲ ਮਾਮਲੇ ਵਿੱਚ ਇੱਕ 39 ਸਾਲ ਦੇ ਰਿਚਰਡ ਜੋਨਾਥਨ ਐਡਵਿਨ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਨਾ ਸਿਰਫ ਕਾਰਤਿਕ ਸਗੋਂ ਉਸ ਤੋਂ ਕਈ ਘੰਟੇ ਬਾਅਦ ਇੱਕ ਹੋਰ ਵਿਅਕਤੀ ਦਾ ਉਸਨੇ ਕਤਲ ਕੀਤਾ ਟੋਰਾਂਟੋ ਦੇ ਵਿੱਚ ਹੀ, ਕਿ ਉਹ ਵਿਅਕਤੀ ਜਿਸ ਦਾ ਨਾਮ ਐਲੀਜ਼ਾ ਐਲਿਜ਼ਾਰ ਮਾਹਿਪਤ ਹੈ,
ਜਿਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ। ਗਰੋਸਰੀ ਲੈ ਕੇ ਬਾਹਰ ਆ ਰਿਹਾ ਸੀ ਕਿ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਪੁਲਿਸ ਨੇ ਦੱਸਿਆ ਕਿ ਜੋ ਇਹ 2 ਕਤਲ ਕੀਤੇ ਗਏ ਨੇ, ਦੋਵੇਂ ਮ੍ਰਿਤਕ ਮਾਸੂਮ ਸਨ, ਜਿਨ੍ਹਾਂ ਦੇ ਨਾਲ ਗੋਲੀਆਂ ਚਲਾਉਣ ਵਾਲੇ ਨੇ ਕੋਈ ਗੱਲ ਵੀ ਨਹੀਂ ਕੀਤੀ, ਸਿੱਧਾ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਉਹਨਾਂ ਨੇ ਦਮ ਤੋੜ ਦਿੱਤਾ। 21 ਸਾਲ ਦਾ ਨੌਜਵਾਨ ਕਾਰਤਿਕ ਵਾਸੁਦੇਵ ਸੈਨਿਕਾ ਕਾਲਜ ਦਾ ਵਿਦਿਆਰਥੀ ਸੀ। 7 ਅਪ੍ਰੈਲ ਨੂੰ ਸਬਵੇ ਸਟੇਸ਼ਨ ਦੇ ਬਾਹਰ ਸ਼ਾਮ ਦੇ 5 ਵਜੇ ਉਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤੇ ਉਸ ਤੋਂ 48 ਘੰਟੇ ਬਾਅਦ ਦੇ ਸਮੇਂ ਵਿੱਚ ਜਾਰਜ ਸਟਰੀਟ ਦੇ ਉੱਤੇ ਇੱਕ ਵਿਅਕਤੀ ਦੇ ਗੋਲੀਆਂ ਮਾਰੀਆਂ ਗਈਆਂ ਤੇ ਇਸ ਮਾਮਲੇ ਵਿੱਚ 39 ਸਾਲਾ ਰਿਚਰਡ ਜੋਨਾਥਨ ਐਡਵਿਨ ਨੂੰ ਉਸਦੇ ਘਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਸਪੈਡਿਨਾ ਐਵੇਨਿਊ ਤੇ ਬਲੋਰ ਸਟਰੀਟ ਵੈਸਟ ਖੇਤਰ ਵਿੱਚ ਰਹਿੰਦਾ ਸੀ। ਐਤਵਾਰ ਦੀ ਰਾਤ ਨੂੰ ਇਹ ਗ੍ਰਿਫਤਾਰੀ ਹੋਈ ਹੈ, ਪਰ ਇਸ ਦੇ ਬਾਰੇ ਜਨਤਕ ਤੌਰ ਦੇ ਉੱਤੇ ਮੰਗਲਵਾਰ ਦੀ ਸਵੇਰ ਨੂੰ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਸ ਦੇ ਉੱਤੇ ਜੋ ਕਤਲ ਦੇ ਮਾਮਲੇ ਹੁਣ ਚੱਲ ਰਹੇ ਨੇ ਦਰਜ ਕਰ ਦਿੱਤੇ ਗਏ ਨੇ, ਜਿਸ ਦੇ ਕੋਲੋਂ ਘਰ ਦੇ ਵਿੱਚੋਂ ਹੋਰ ਹਥਿਆਰ ਵੀ ਮਿਲੇ ਨੇ। ਪੁਲਿਸ ਦਾ ਮੰਨਣਾ ਹੈ ਕਿ ਉਹ ਹੋਰ ਵੀ ਮਾਸੂਮਾਂ ਨੂੰ ਨਿਸ਼ਾਨੇ ਬਣਾ ਸਕਦਾ ਸੀ, ਜਿਸ ਨੂੰ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੇ ਵੱਲੋਂ ਆਖਿਰ ਇਹ ਗੋਲੀਆਂ ਚਲਾਈਆਂ ਕਿਉਂ ਗਈਆਂ, ਇਸ ਦੇ ਬਾਰੇ ਹਜੇ ਕੁਝ ਨਹੀਂ ਦੱਸਿਆ ਗਿਆ, ਜਿਸ ਦੇ ਬਾਰੇ ਜਿਵੇਂ ਹੀ ਕੋਈ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ ਅਸੀਂ ਤੁਹਾਨੂੰ ਦੱਸਾਂਗੇ। The first incident I'll address is the murder of Kartik Vasudev, 21 years, a student from India who was residing in Canada and attending Seneca College. As the media has reported, Kartik was just outside the Sherburne subway station last Thursday when he was approached by a man who we believe to have been a complete stranger to him. Unprovoked, this man shot Kartik multiple times, killing him. 2 days later, on April 9th, Elijah Mahipath, 35 years, a resident of Toronto, was murdered as he was walking in the area of Dundas and George Streets in the east end of the downtown core. He too was approached by an apparent stranger, was shot multiple times, and despite life-saving measures, also succumbed to his injuries. In the aftermath of this second attack, our investigators were able to quickly draw a link between the murder of Kartik and that of Elijah. An all-out effort was initiated to track the killer's movements, to identify him, and to arrest him. Working with our city partners, including the TTC and Metrolinx, and utilizing the full resources of our various investigative squads and divisional resources, the suspect was tracked to an address in the area of Spadina and Bloor Street West. The emergency task force entered the suspect's residence, where he was taken into custody on Sunday evening. I can report that this was done safely and without incident, despite the fact that the accused had several loaded firearms on the floor next to him. He has been identified as Richard Jonathan Edwin, 39, of Toronto. He has been charged with 2 counts of first-degree murder. Investigators executed a search warrant at the accused's residence and at this time have seized several firearms, including handguns, rifles, loaded magazines, and other ammunition. Given that he had already killed 2 apparent strangers, as we allege, and that a cache of firearms was located in his residence, we can reasonably conclude that the quick work of our investigators has prevented a further loss of life. ਤਾਂ ਉਧਰ ontario ਦੇ ਵਿੱਚ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਇਸ ਸਮੇਂ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਵਪਾਰਾਂ ਨੂੰ ਮਦਦ ਦਿੱਤੀ ਜਾ ਰਹੀ ਹੈ ਜਿਹੜੇ ਕਿ ਵਾਤਾਵਰਣ ਦੇ ਅਨੁਕੂਲ ਨੇ, ਜਿਵੇਂ ਕਿ ਇਲੈਕਟ੍ਰਿਕ ਵਾਹਨ ਤਿਆਰ ਕੀਤੇ ਜਾਣ ਸੰਬੰਧੀ ਹੁਣ ਓਸ਼ਵਾ ਦੇ ਵਿੱਚ ontario ਸਰਕਾਰ ਨੇ ਜੋ ਐਲਾਨ ਕੀਤਾ ਹੈ, ਜਿਸ ਦੇ ਵਿੱਚ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਕਿਹਾ ਗਿਆ ਕਿ ਜਨਰਲ ਮੋਟਰਸ ਦੇ ਵਾਸਤੇ ਵੱਡਾ ਨਿਵੇਸ਼ ਕੀਤਾ ਜਾ ਰਿਹਾ ਹੈ ਤਾਂ ਕਿ ਵਧੀਆ ਨੌਕਰੀਆਂ ਹੋਰ ਜ਼ਿਆਦਾ ਆਉਂਦੇ ਸਾਲਾਂ ਦੇ ਵਿੱਚ ਲਿਆਂਦੀਆਂ ਜਾ ਸਕਣ। ਆਉਂਦੇ ਕਈ ਸਾਲ ਤੱਕ ਦੇ ਸਮੇਂ ਵਾਸਤੇ ਇਹ ਨਿਵੇਸ਼ ਹੋਵੇਗਾ, ਜਿਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਪਾਰ ਸਮੇਤ ਕਾਮਿਆਂ ਨੂੰ ਮਦਦ ਮਿਲੇਗੀ ਤੇ ਇਸ ਦੇ ਨਾਲ ਹੀ ਵਾਤਾਵਰਣ ਦੇ ਅਨੁਕੂਲ ਵਾਹਨਾਂ ਦੀ ਗਿਣਤੀ ਨੂੰ ਵਧਾਉਣ ਵਾਸਤੇ ਤੇ ਇਸ ਸੰਬੰਧੀ ਹੋਰ ਕੰਮ ਕਰਨ ਦੇ ਵਾਸਤੇ ਜੋ ਨਿਵੇਸ਼ ਕੀਤਾ ਜਾ ਰਿਹਾ ਹੈ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ। $259 ਮਿਲੀਅਨ ਤੱਕ ਦਾ ਨਿਵੇਸ਼ ਕੀਤਾ ਜਾਵੇਗਾ, ਜਿਸ ਦੇ ਬਾਰੇ ਦੱਸਿਆ ਗਿਆ। ਅੱਗੇ ਤੁਹਾਨੂੰ ਦੱਸਾਂਗੇ ਜੋ ਐਬਸਫੋਰਡ ਪੁਲਿਸ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਤੇ ਕੈਨੇਡਾ ਭਰ ਵਿੱਚ ਵੱਖੋ ਵੱਖਰੇ ਪੱਧਰ ਦੇ ਉੱਤੇ ਪੁਲਿਸ ਵੱਲੋਂ ਚੇਤਾਵਨੀ ਲਗਾਤਾਰ ਦਿੱਤੀ ਜਾਂਦੀ ਹੈ ਕਿ ਜੋ ਗੱਡੀਆਂ ਦੇ ਵਿੱਚ ਕੀਮਤੀ ਸਮਾਨ ਛੱਡ ਕੇ ਜਾਂਦੇ ਨੇ, ਗੱਡੀਆਂ ਵਿੱਚ ਕਈ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਜੇਕਰ ਫੋਨ, ਲੈਪਟਾਪ ਜਾਂ ਕੋਈ ਹੋਰ ਕੀਮਤੀ ਸਮਾਨ ਸੀਟ ਦੇ ਉੱਤੇ ਪਿਆ ਹੋਵੇ ਤਾਂ
ਚੋਰੀ ਕਰਨ ਵਾਲੇ ਨੇ ਜੋ ਉਹ ਗੱਡੀ ਦਾ ਸ਼ੀਸ਼ਾ ਤੋੜ ਕੇ ਫੋਨ ਚੁੱਕ ਸਕਦੇ ਨੇ, ਲੈਪਟਾਪ ਚੁੱਕ ਸਕਦੇ ਨੇ ਤੇ ਗੱਡੀ ਦਾ ਨੁਕਸਾਨ ਉਸ ਸਮੇਂ ਜ਼ਿਆਦਾ ਹੋ ਸਕਦਾ ਹੈ ਜੇਕਰ ਗੱਡੀ ਵਿੱਚ ਕੋਈ ਕੀਮਤੀ ਚੀਜ਼ ਛੱਡੀ ਹੋਈ ਹੋਵੇ। ਤੇ ਜਦੋਂ ਵੀ ਰਾਤ ਨੂੰ ਸੌਣ ਵੀ ਜਾਣਾ ਹੈ ਤਾਂ ਇੱਕ ਵਾਰ ਡਰਾਈਵੇ ਦੇ ਉੱਤੇ ਜਦੋਂ ਗੱਡੀ ਖੜੀ ਹੁੰਦੀ ਹੈ ਤਾਂ ਧਿਆਨ ਨਾਲ ਦੇਖਿਆ ਜਾਵੇ ਕਿ ਗੱਡੀ ਨੂੰ ਲੌਕ ਵੀ ਕਰ ਦਿੱਤਾ ਗਿਆ ਜਾਂ ਨਹੀਂ, ਕਿਉਂਕਿ ਕਈ ਅਜਿਹੇ ਵਿਅਕਤੀ ਹੁੰਦੇ ਨੇ ਜਿਹੜੇ ਕਿ ਰਾਤ ਦੇ ਸਮੇਂ ਲੋਕਾਂ ਦੇ ਘਰਾਂ ਦੇ ਅੱਗੇ ਡਰਾਈਵੇ ਦੇ ਉੱਤੇ ਜਾ ਕੇ ਦੇਖਦੇ ਨੇ ਕਿ ਜੇਕਰ ਕੋਈ ਗੱਡੀ ਖੁੱਲੀ ਉਹਨਾਂ ਨੂੰ ਮਿਲਦੀ ਹੈ ਜਾਂ ਉਹ ਗੱਡੀ ਚੋਰੀ ਕਰ ਲੈਂਦੇ ਨੇ ਜਾਂ ਫਿਰ ਗੱਡੀ ਵਿੱਚ ਪਿਆ ਕੀਮਤੀ ਸਮਾਨ ਅਜਿਹਾ ਕਿਸੇ ਦੇ ਨਾਲ ਨਾ ਹੋਵੇ। ਇਸ ਲਈ ਸਾਵਧਾਨ ਰਹਿਣ ਦੀ ਲੋੜ ਹੈ ਕਿ ਬਿਲਕੁਲ ਵੀ ਅਣਗਹਿਲੀ ਨਾ ਵਰਤੀ ਜਾਵੇ, ਗੱਡੀ ਨੂੰ ਚੰਗੀ ਤਰ੍ਹਾਂ ਲੌਕ ਕੀਤਾ ਜਾਵੇ ਤੇ ਗੱਡੀ ਦੇ ਵਿੱਚੋਂ ਕੀਮਤੀ ਸਮਾਨ ਚੁੱਕ ਲਿਆ ਜਾਵੇ। ਇਸ ਦੇ ਨਾਲ ਹੀ ਅਗਲੀ ਖਬਰ ਸਰੀ ਤੋਂ ਹੈ, ਜਿੱਥੇ ਕਿ ਇੱਕ ਬਜ਼ੁਰਗ ਨੂੰ ਗੱਡੀ ਨੇ ਟੱਕਰ ਮਾਰ ਦਿੱਤੀ। ਬਜ਼ੁਰਗ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ, ਪਰ ਉਸ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੇ ਕਿ ਉਸ ਬਜ਼ੁਰਗ ਵਿੱਚ ਗੱਡੀ ਮਾਰੀ ਤੇ ਮੌਕੇ ਤੋਂ ਫਿਰ ਫਰਾਰ ਹੋ ਗਿਆ। ਇਸ ਦੌਰਾਨ ਸਰੀ RCMP ਦਾ ਕਹਿਣਾ ਹੈ ਕਿ ਮਾਰਚ 31 ਦਾ ਮਾਮਲਾ ਹੈ ਜਦੋਂ 76 ਐਵੇਨਿਊ ਦੇ ਉੱਤੇ ਇਹ ਵਾਪਰਿਆ ਕਿ 76 ਸਾਲਾ ਇੱਕ ਬਜ਼ੁਰਗ ਨੂੰ ਗੱਡੀ ਦੇ ਨਾਲ ਟੱਕਰ ਮਾਰ ਕੇ ਮੌਕੇ ਤੋਂ ਡਰਾਈਵਰ ਫਰਾਰ ਹੋ ਗਿਆ। ਇਸ ਗੱਡੀ ਦੀ ਤਸਵੀਰ ਪੁਲਿਸ ਨੇ ਸਾਂਝੀ ਕੀਤੀ ਹੈ। ਜੇਕਰ ਇਸ ਬਾਰੇ ਕੋਈ ਵੀ ਕੁਝ ਜਾਣਦਾ ਹੋਵੇ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।